ਕੀ ਦੇਖ ਰਹੇ ਹੋ ਪੁੱਤਰ ਜੀ? ਬਾਜਵਿਆਂ ਦੀ ਵੱਡੀ ਨੂੰਹ ਨੇ ਚੌਂਕੇ 'ਚ ਪਹਿਲੀ ਵਾਰੀ ਪੈਰ ਧਰਿਆ। ਪ੍ਰਸ਼ਾਦ ਦੇ ਹੱਕ ਸਾਡਾ ਵੀ ਬਣਦਾ ਹੈ। हाँ जी पापा जी, ले तो आयो तुसी सानू सारे नु उठा के अच्छे। हुण तुसी भी ले लियो स्वाद इत्थे आउण दा ते एक खराब प्रसाद खाण दा। साडी वड्डी ਨੂੰਹ ਰਾਣੀ ਅੱਜ ਚੌਂਕੇ 'ਚ ਪਹਿਲੀ ਵਾਰੀ ਪੈਰ ਪਾਊਗੀ। ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ। ਤੇ ਪਾਪਾ ਜੀ ਕੀ ਪਤਾ ਇਸ ਖੁਸ਼ੀ ਦੇ ਮੌਕੇ ਤੇ ਦੋਵੇਂ ਕੋਠੀ ਵਾਪਸ ਹੀ ਆ ਜਾਣ। पर पापा जी ਉੱਥੇ ਤਾਂ ਪਹਿਲਾਂ ਹੀ ਬੜੀਆਂ ਸਾਰੀਆਂ ਬੀਬੀਆਂ ਆ ਰਹੀਆਂ ਨੇ। ਜੇ ਅਸੀਂ ਵੀ ਚਲੇ ਜਾਣਗੇ ਤਾਂ ਉਹਨਾਂ ਉੱਤੇ ਕਿਤੇ ਵਾਧੂ ਬੋਝ ਨਾ ਪੈ ਜਾਵੇ। नहीं पुत्र जी, खुशी दे मौके ते जदों अपने जाते ने ना तां बोझ नहीं खुशी वधदी है। मैनूं लगदा आपां सारिआं नूं चलना चाहिए। दरानी जी कित्थे गवाचे हो? कुछ नहीं उधर। आंटी जी तुसी ठीक तो हो? चंचल पानी लेके आंटी जी ने जल्दी। कोई डॉक्टर नु फोन करो। नहीं नहीं डॉक्टर नु बुलाने की कोई लोड़ नहीं, ठीक है मैं। ओ काली काली च मैं इन्ना स्वाद कड़ा खा लिया ना ता खांसी आ गई। आंटी जी तुसी प्रसाद खा लिया ते तुसी ठीक हो? मैनू की होना है बीबी प्रधान, मैं ठीक हाँ। मैं इन्ना स्वाद कड़ा आज तक नहीं खाता। तेरी वोटी दे हाथ विच तो बहुते रस है जो रिया, नहीं तो अजकल दी कुड़ियां दे कोल तो सारा कुछ हैगा वा। सिलेंडर गैस ओवन तां भी नहीं कुछ बनाना आंदा उन्हां नूं। पर तेरी वोटी ने ते चुल्हे ते प्रसाद बना के वट कड़ दिते है। कल्ला कड़ाह ही स्वाद नहीं बनाया नूह राणी ने, सारियां नूं इन्ने प्यार नाल खवाया भी आ। की पाया इहदे विच नूह राणी? जी वो मेरे नानी जी बनाते होंगे सी, मलाई चो घ्यो कट के फिर बनाते सी ते मैं भी बस उदा ही बनाया है। अच्छा घ्यो तो पाया ही नहीं इन्हें। फिर तो वेल कट के आवांगे तेरे कोल सिखन। हाँ जी आंटी जी जरूर जब मर्जी आयो। बधाई होए मंत्री साहब, तुसी बड़ी ही सियाणी नूह लेके आए हैं बाजबारी कोठी विच। बिल्कुल सही कह रहे हो भैन जी। ਲੱਖਾਂ ਚੋਂ ਇੱਕ ਹੈ ਸਾਡੀ ਨੂੰਹ ਰਾਣੀ। ਇਹ ਸੁਚੱਜੀ ਤੇ ਸਿਆਣੀ ਨੂੰਹ ਰਾਣੀ ਇੱਕ ਵਾਰੀ ਸਾਡੇ ਘਰ 'ਚ ਪੈਰ ਪਾ ਦੇਵੇ, ਫੇਰ ਦੇਖਿਓ ਸਾਡੇ ਘਰ 'ਚ ਕਿੰਨੀ ਬਰਕਤ ਹੁੰਦੀ ਹੈ। ले आओ जूनी जी, मैं फड़दा। कोई गल नहीं जी। नहीं जोरे वीरे तुसी रहंदे हो जोरे वीरे, मैं करा देनी है जेठानी जी दी मदद।
ਦਰਾਣੀ ਜੀ ਤੁਸੀਂ ਇਹ ਘਿਓ ਕਿੱਥੋਂ ਮੰਗਵਾਇਆ ਸੀ ਭਲਾ? ਇਹ ਬੜੀ ਠਾਣੇਦਾਰ ਨਹੀਂ ਬਣ ਕੇ ਪੁੱਛਦੀ ਪਈ ਹੈ ਕਿ ਤੈਨੂੰ ਕੋਈ ਸ਼ੱਕ ਤਾਂ ਨਹੀਂ ਹੋ ਗਿਆ? ਕਿਉਂ ਜਠਾਣੀ ਜੀ, ਠੀਕ ਨਹੀਂ ਹੈ? ਤੁਸੀਂ ਵੇਖੋ ਨਾ, ਇਹ ਚੋਂ ਨਾ ਬੜੀ ਅਜੀਬ ਜਿਹੀ ਸਮੈਲ ਆਉਂਦੀ ਹੈ। ਏਦਾਂ ਲੱਗ ਰਿਹਾ ਜਿੱਦਾਂ ਖਰਾਬ ਹੋਵੇ। ਮੈਨੂੰ ਲੱਗਦਾ ਹੈ ਤੁਸੀਂ ਜਿਹੜੀ ਦੁਕਾਨ ਤੋਂ ਘਿਓ ਮੰਗਵਾਇਆ ਹੈ ਨਾ, ਉਹ ਪੱਕਾ ਖਰਾਬ ਤੇ ਘਟੀਆ ਘਿਓ ਵੇਚਦਾ ਹੈ ਤੇ ਸਾਨੂੰ ਉਹਦੀ ਕੰਪਲੇਂਟ ਕਰਨੀ ਚਾਹੀਦੀ ਹੈ, ਨਹੀਂ ਤਾਂ ਉਹ ਏਦਾਂ ਹੀ ਲੋਕਾਂ ਨੂੰ ਬਿਮਾਰ ਕਰੂਗਾ ਘਟੀਆ ਘਿਓ ਖਵਾ ਕੇ। ਮੈਂ ਪੱਕਾ ਉਹਦੀ ਕੰਪਲੇਂਟ ਕਰੂੰਗੀ। ਇਹ ਤਾਂ ਚੰਗਾ ਹੋਇਆ ਜੁਗ ਨੂੰ ਮੈਨੂੰ ਬਿੱਲੂ ਦੇ ਦੁੱਧ ਦੀ ਮਲਾਈ ਦੇ ਗਿਆ ਸੀ ਤੇ ਉਹਦੇ ਤੋਂ ਮੈਂ ਦੇਸੀ ਘਿਓ ਬਣਾਇਆ ਤੇ ਦੇਸੀ ਘਿਓ ਨਾਲ ਹੀ ਬਣ ਗਿਆ ਪ੍ਰਸ਼ਾਦ। ਇਹ ਤਾਂ ਬੜੀ ਮਾੜੀ ਗੱਲ ਹੈ ਜਠਾਣੀ ਜੀ। ਆਪਣੇ ਫਾਇਦੇ ਦੇ ਚੱਕਰ 'ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਬੜੀ ਗਲਤ ਗੱਲ ਹੈ। ਤੁਸੀਂ ਫਿਕਰ ਨਾ ਕਰੋ, ਮੈਂ ਉਹਦੀ ਆਪ ਖਬਰ ਲੈਣੀ ਤੇ ਵੇਖਦੀ ਹਾਂ ਕਿਹਨੂੰ ਵੇਚਦਾ ਹੈ ਉਹ ਖਰਾਬ ਕਿਉਂ। ਆ ਚੁੱਕ, ਇਹਨੂੰ ਤਾਂ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਕਿ ਕਿਉਂ ਖਰਾਬ ਹੈ। ਸ਼ੁਕਰ ਕਰ ਦੁਕਾਨ ਤੇ ਨਹੀਂ ਗਈ, ਨਹੀਂ ਤਾਂ ਸਾਡੀ ਸਾਰੀ ਕੋਲ ਖੁੱਲ ਜਾਣੀ ਸੀ। ਅਜੂਨੀ ਮੈਡਮ ਕਿੰਨੀ ਤੇਜ਼ ਆ ਨਾ, ਬਣਿਆ ਬਣਾਇਆ ਕੰਮ ਵਿਗਾੜ ਕੇ ਰੱਖਤਾ। ਲੈ ਜਾ। ਕੀ ਗੱਲ ਹੈ ਆਂਟੀ ਜੀ? ਮੈਨੂੰ ਏਦਾਂ ਲੱਗਦਾ ਪਿਆ ਹੈ ਕਿ ਤੁਹਾਡੇ ਦਿਲ 'ਚ ਕੋਈ ਗੱਲ ਹੈ, ਪਰ ਤੁਸੀਂ ਬੋਲਦੇ ਨਹੀਂ ਪਏ। ਦੱਸੋ ਕੀ ਗੱਲ ਹੈ? ਅਸੀਂ ਗਰੀਬ ਜਿਹੇ ਬੰਦੇ ਆ ਬੇਟੇ, ਸਾਡੇ ਕੋਲ ਤਾਂ ਕੁਝ ਦੇਣ ਨੂੰ ਹੈ ਵੀ ਨਹੀਂ। ਜੋ ਹੈਗਾ ਸੀ ਮਾੜਾ ਮੋਟਾ ਤੁਹਾਡੇ ਲਈ ਲੈ ਕੇ ਆ ਗਏ। ਚੀਜ਼ ਚੰਗੀ ਹੈ ਜਾਂ ਮਾੜੀ, ਇਹ ਤਾਂ ਹੁਣ ਦੇਖ ਕੇ ਹੀ ਪਤਾ ਲੱਗੂਗਾ ਨਾ ਆਂਟੀ ਜੀ। ਤੁਸੀਂ ਦਿਖਾਓ ਤਾਂ ਸਹੀ ਕੀ ਲੈ ਕੇ ਆਏ ਹੋ ਮੇਰੇ ਲਈ। ਲੈ ਦੇਖ ਲੈ ਬੇਟੇ, ਕਬੂਲ ਕਰੀ, ਠੀਕ ਹੈ? ਪਿੰਡ ਦੀਆਂ ਬੀਬੀਆਂ ਇਸ ਗੱਲੋਂ ਤਾਂ ਸਿਆਣੀਆਂ ਨਿਕਲੀਆਂ ਔਰ ਸਕੂਲ ਟੀਚਰ ਦੀ ਔਕਾਤ ਦੇ ਹਿਸਾਬ ਨਾਲ ਸਾਰਾ ਕੁਝ ਲੈ ਕੇ ਆਈਆਂ ਨੇ। ਤੁਹਾਨੂੰ ਸਾਰਿਆਂ ਨੂੰ ਇੰਨਾ ਸਾਰਾ ਕੁਝ ਲਿਆਉਣ ਦੀ ਕੀ ਲੋੜ ਸੀ? ਤੁਸੀਂ ਕਿਹੜਾ ਉਪਰੀ ਜਗ੍ਹਾ ਜਾਣਾ ਸੀ? ਮੈਨੂੰ ਪਤਾ ਹੈ, ਰਿਵਾਜ ਹੈ ਨਾ, ਤਾਂ ਰਿਵਾਜ ਲਈ ਤਾਂ ਕਰਨਾ ਹੀ ਪੈਂਦਾ। ਹੁਣ ਵੇਖੋ ਨਾ, ਬੰਦਾ ਸਰ ਦਾ ਗਿਫਟ ਤਾਂ ਮੈਨੂੰ ਵੀ ਲੈ ਕੇ ਆਉਣਾ ਪਿਆ ਆਪਣੀ ਨਵੀਂ ਜੇਠਾਨੀ ਜੀ ਲਈ। ਧੰਨਵਾਦ ਰਾਣੀ ਜੀ, ਪਰ ਇਹਦੀ ਕੀ ਲੋੜ ਸੀ? ਤੇ ਇੱਥੇ ਤਾਂ ਰੱਖਣ ਨੂੰ ਵੀ ਕੋਈ ਜਗ੍ਹਾ ਨਹੀਂ ਹੈ ਤੇ ਨਾ ਹੀ ਕੋਈ ਸੇਫ ਜਗ੍ਹਾ ਹੈ। ਤੇ ਤੁਸੀਂ ਇਹਨੂੰ ਆਪਣੇ ਨਾਲ ਹੀ ਲੈ ਜਾਓ ਤੇ ਸਾਂਭ ਕੇ ਰੱਖਿਓ ਤੇ ਆਪਣੇ ਘਰ ਦੀ ਚੀਜ਼ ਘਰ 'ਚ ਹੀ ਰਹੇਗੀ ਹਮੇਸ਼ਾ। ਤੇ ਆਂਟੀ ਜੀ, ਜੋ ਤੁਸੀਂ ਮੇਰੇ ਲਈ ਲੈ ਕੇ ਆਏ ਹੋ, ਇਹ ਵੀ ਮੇਰੇ ਲਈ ਬਹੁਤ ਖਾਸ ਹੈ, ਕੋਈ ਮਾਮੂਲੀ ਚੀਜ਼ ਨਹੀਂ ਹੈ। ਮੇਰੇ ਲਈ ਤਾਂ ਤੁਹਾਡੇ ਲਿਆਂਦੇ ਤੋਹਫੇ ਸਭ ਤੋਂ ਕੀਮਤੀ ਨੇ। ਇਹਨਾਂ ਸੋਨੇ ਚਾਂਦੀਆਂ ਤੋਂ ਵੀ ਵੱਧ ਕੀਮਤ ਹੈ ਇਹਦੀ। ਤੇ ਬੰਦੇ ਨੇ ਆਖਿਰ 'ਚ ਖਾਣੇ ਤਾਂ ਦੋ ਫੁਲਕੇ ਹੀ ਆ ਨਾ। किसानी तो उतना ही बहुत महान काम है, क्योंकि अन्न उगाउण वेले किसान ये नहीं सोचता कि उन्हें सिर्फ अपना ढिड भरना है,
ਉਹ ਪੂਰੇ ਜਹਾਨ ਦਾ ਢਿੱਡ ਭਰਦਾ ਹੈ ਤੇ ਮੇਰੇ ਲਈ ਤਾਂ ਸੋਨੇ ਚਾਂਦੀ ਤੋਂ ਵੀ ਜ਼ਿਆਦਾ ਮੁੱਲ ਹੈ ਤੁਹਾਡੇ ਇਸ ਅੰਨ ਦਾ। ਤੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਦੀ ਧਰਤੀ ਤੇ ਆਪਣੇ ਹੱਥਾਂ ਨਾਲ ਇਹ ਅਨਾਜ ਉਗਾਉਂਦੇ ਰਹੇ ਨੇ। ਵਾਹਿਗੁਰੂ ਜੀ। ਤੇ ਤੁਸੀਂ ਇਹ ਨਾ ਸੋਚੋ ਕਿ ਇਹ ਮੇਰੇ ਲਈ ਆਮ ਹੈ, ਇਹ ਮੇਰੇ ਲਈ ਸਭ ਤੋਂ ਮਹਿੰਗਾ ਤੇ ਸਭ ਤੋਂ ਕੀਮਤੀ ਤੋਹਫਾ ਹੈ। ਦੀਦੀ ਸਾਹਿਬ, ਇਹ ਤੇ ਐਦਾਂ ਭਾਸ਼ਣ ਦੇ ਰਹੀ ਹੈ ਜਿੱਦਾਂ ਵੱਡੇ ਸਰਦਾਰ ਜੀ ਤੇ ਲੀਡਰ ਵੋਟਾਂ ਵੇਲੇ ਦਿੰਦੇ ਨੇ। ਇਹਨੂੰ ਛੇਤੀ ਪਾ ਦਿਓ, ਕਿਤੇ ਤੁਹਾਡੀਆਂ ਵੋਟਾਂ ਹੀ ਨਾ ਕੱਟ ਦੇਵੇ। ਆਂਟੀ ਜੀ, ਤੁਸੀਂ ਨਹੀਂ ਦੋਗੇ ਮੈਨੂੰ ਆਸ਼ੀਰਵਾਦ? ਤੋਹਫਾ ਲੈ ਕੇ ਆਇਓ ਮੇਰੇ ਲਈ, ਉਹ ਇੱਦਾਂ ਹੀ ਵਾਪਸ ਲੈ ਜਾਓਗੇ? ਕੀ ਦੱਸਾਂ ਧੀਏ, ਲੋਕਾਂ ਨੇ ਤਾਂ ਜੋ ਬੀਜਿਆ ਏ ਉਹ ਲੈ ਕੇ ਆਏ ਨੇ ਤੇਰੇ ਲਈ। ਇਹ ਮਿੱਟੀ ਵੀ ਬੰਜਰ ਜੀ ਹੋ ਗਈ ਹੈ, ਇਹਦੇ 'ਚ ਕੁਝ ਵੀ ਬੀਜੋ ਉਗਦਾ ਹੀ ਨਹੀਂ। ਪਰ ਮੈਂ ਖਾਲੀ ਹੱਥ ਕਿੱਦਾਂ ਆ ਸਕਦੀ ਸੀ ਤੇਰੇ ਕੋਲ? ਕੁਛ ਤੇ ਲੈ ਕੇ ਆਣਾ ਸੀ, ਇਸ ਲਈ ਮੈਂ ਇਹ ਮਿੱਟੀ ਲੈ ਕੇ ਆਈ ਹਾਂ। ਬੰਜਰ? ਪਰ ਆਂਟੀ ਜੀ, ਤੁਸੀਂ ਪਹਿਲਾਂ ਕੀ ਬੀਜਦੇ ਸੀ ਇਸ ਮਿੱਟੀ ਤੇ? ਜੇਠਾਨੀ ਜੀ, ਆਂਟੀ ਜੀ ਕਿੰਨੇ ਪਿਆਰ ਨਾਲ ਲੈ ਕੇ ਆਏ ਨੇ, ਮੈਂ ਰਖਵਾ ਦਿੰਨੀ ਆ। ਜਿਉਂਦੀ ਵਸਦੇ ਰਹਤੀ ਏ। ਬਾਜਵਾ ਸਾਹਿਬ ਨੇ ਤਾਂ ਪਿੰਡ 'ਚ ਕਿਸੇ 'ਚ ਵੀ ਫਰਕ ਨਹੀਂ ਸਮਝਿਆ। ਸਾਨੂੰ ਨਹੀਂ ਪਤਾ ਸੀ ਉਹ ਇੰਨੀ ਵਧੀਆ ਨੂੰ ਲੱਭ ਕੇ ਲਿਆਣਗੇ। ਅਸੀਂ ਤਾਂ ਨੂੰਹ ਨੂੰ ਮਿਲਣ ਆਏ ਸੀ, ਪਰ ਇਹ ਨਹੀਂ ਸੀ ਪਤਾ ਕਿ ਤੂੰ ਧੀਆਂ ਵਕਨ ਮਿਲਣ। खुश रहती है। खुश रहती है, बोटे सुहागन हो। जोरे बहुत सोहनी वोटी लेके आया तू ਤਾਂ ਬਾਜਵਾ ਦੀ ਕੋਠੀ ਵਿੱਚ ਇਸ ਤੋਂ ਚੰਗੀ ਵੱਡੀ ਨੂੰ ਤਾਂ ਆ ਹੀ ਨਹੀਂ ਸਕਦੀ। ਬੀਬੀ ਪ੍ਰਧਾਨ ਦਾ ਵੀ ਤੇ ਸਾਰਿਆਂ ਨੂੰ ਪਤਾ ਹੈ, ਜਦੋਂ ਬਾਜਵਾ ਪਰਿਵਾਰ ਚ ਆਏ ਸੀ ਕਿੰਨਾ ਨਾਮ ਰੋਸ਼ਨ ਕੀਤਾ ਹੈ ਹੁਣ ਤੱਕ। ਹਾਂ ਦੇਖ ਲੈ ਚੰਚਲ ਕੋਰੇ, ਨਵੀਂ ਬਹੂ ਦੇ ਆਉਣ ਦੇ ਨਾਲ ਵੀ ਬਾਜਵਾ ਪਰਿਵਾਰ ਦੇ ਵਿੱਚ ਰੰਗ ਖਿੜ ਜਾਣੇ ਆ। ਜ਼ੋਰੇ ਪੁੱਤਰ ਜੀ, ਤੁਹਾਡੇ ਘਰ ਛੱਡ ਕੇ ਜਾਣ ਵਾਲੇ ਫੈਸਲੇ ਨੇ ਤਾਂ ਮੈਨੂੰ ਦੁਚਿੱਤੀ 'ਚ ਹੀ ਪਾਤਾ। ਮੈਨੂੰ ਸਮਝ ਹੀ ਨਹੀਂ ਆ ਰਹੀ ਬਈ ਮੈਂ ਇਸ ਗੱਲ ਤੇ ਮਾਣ ਕਰਾਂ ਕਿ ਮੈਨੂੰ ਅਜੂਨੀ ਪੁੱਤਰ ਜੀ ਵਰਗੀ ਨੂੰਹ ਰਾਣੀ ਮਿਲੀ ਹੈ, ਜਾਂ ਇਸ ਗੱਲ ਤੇ ਅਫਸੋਸ ਕਰਾਂ ਕਿ ਐਡੀ ਸਿਆਣੀ ਨੂੰਹ ਰਾਣੀ ਦੇ ਪੈਰ ਹਜੇ ਤੱਕ ਬਾਜਵਿਆਂ ਦੀ ਕੋਠੀ 'ਚ ਨਹੀਂ ਪਏ। ਜ਼ੋਰੇ ਪੁੱਤਰ ਜੀ, ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਅਜੂਨੀ ਪੁੱਤਰ ਜੀ ਨੂੰ ਇੱਥੇ ਕਿਉਂ ਰੱਖਿਆ ਹੈ? ਇਹਨਾਂ ਨੂੰ ਆਪਣੇ ਘਰ ਕਿਉਂ ਨਹੀਂ ਲੈ ਕੇ ਜਾ ਰਹੇ ਤੁਸੀਂ? ਪੁੱਤਰ ਜੀ, ਜੋ ਤੁਹਾਡੇ ਦਿਲ ਵਿੱਚ ਹੈ ਤੁਸੀਂ ਦੱਸੋ ਤਾਂ ਸਹੀ। ਤੁਸੀਂ ਦੋਵੇਂ ਜਣੇ ਸਾਰੇ ਘਰਦਿਆਂ ਤੋਂ ਅੱਡ ਕਿਉਂ ਹੋ ਗਏ? ਉਹ ਤੁਹਾਡਾ ਆਪਣਾ ਘਰ ਹੈ ਪੁੱਤਰ ਜੀ। ਦੇਖੋ, ਜੋ ਤੁਸੀਂ ਚਾਹੁੰਦੇ ਹੋ ਨਾ ਉਹੀ ਹੋਏਗਾ ਉਸ ਘਰ ਦੇ ਵਿੱਚ। ਜੋ ਤੁਹਾਨੂੰ ਚੰਗਾ ਨਹੀਂ ਲੱਗਣਾ ਉਹ ਬਿਲਕੁਲ ਵੀ ਨਹੀਂ ਹੋਊਗਾ। ਬਸ ਤੁਸੀਂ ਨੂੰਹ ਰਾਣੀ ਨੂੰ ਲੈ ਕੇ ਆਪਣੇ ਘਰ ਚੱਲੋ। ਠੀਕ ਹੈ ਪੁੱਤਰ ਜੀ, ਜੇ ਤੁਸੀਂ ਨਹੀਂ ਕੁਝ ਬੋਲਣਾ ਚਾਹੁੰਦੇ ਤੁਹਾਡੀ ਮਰਜ਼ੀ। ਅਜੂਨੀ ਪੁੱਤਰ ਜੀ,
ਤੁਸੀਂ ਸਮਝਾਓ ਇਹਨੂੰ ਬਈ ਤੁਸੀਂ ਦੋਵੇਂ ਜਣੇ ਆਪਣੇ ਘਰ ਚੱਲੋ। ਚਲੋ ਕੋਈ ਗੱਲ ਨਹੀਂ, ਜੇ ਤੁਸੀਂ ਦੋਵੇਂ ਜਣੇ ਮੇਰੀ ਗੱਲ ਨਹੀਂ ਮੰਨਦੇ ਤਾਂ ਕੋਈ ਗੱਲ ਨਹੀਂ, ਤੁਹਾਡੀ ਆਪਣੀ ਮਰਜ਼ੀ। ਤੁਸੀਂ ਦੋਵੇਂ ਜਣੇ ਆਪਣੀ ਮਰਜ਼ੀ ਦੇ ਮਾਲਕ ਹੋ। ਪਰ ਇੱਕ ਗੱਲ ਹੋਰ, ਟਲਣਾ ਮੈਂ ਵੀ ਨਹੀਂ, ਮੈਂ ਵੀ ਤੁਹਾਡੇ ਦੋਵਾਂ ਦਾ ਪਿਓ ਆ। ਕੋਸ਼ਿਸ਼ ਮੈਂ ਵੀ ਕਰਦਾ ਰਹੂੰਗਾ। ਹੋ ਸਕਦਾ ਹੈ ਕਿਸੇ ਨਾ ਕਿਸੇ ਦਿਨ ਤਾਂ ਤੁਹਾਨੂੰ ਇਹ ਗੱਲ ਸਮਝ ਆਊਗੀ ਕਿ ਆਪਣੇ ਬਾਪ ਦੀ ਵੀ ਗੱਲ ਮੰਨ ਲੈਣੀ ਚਾਹੀਦੀ। खुश रहो। ਵਧਾਈ ਹੋਵੇ ਮੰਤਰੀ ਸਾਹਿਬ, ਤੁਸੀਂ ਬੜੀ ਸਿਆਣੀ ਨੂੰ ਲੈ ਕੇ ਆਏ ਆ ਬਾਜਵਾ ਦੀ ਕੋਠੀ ਵਿੱਚ। ਬਾਜਵਾ ਸਾਹਿਬ ਨੇ ਤਾਂ ਪਿੰਡ 'ਚ ਕਿਸੇ 'ਚ ਵੀ ਫਰਕ ਨਹੀਂ ਸਮਝਿਆ। ਸਾਨੂੰ ਨਹੀਂ ਪਤਾ ਸੀ ਉਹ ਇੰਨੀ ਵਧੀਆ ਨੂੰ ਲੱਭ ਕੇ ਲਿਆਣਗੇ। ਜ਼ੋਰੇ ਬਹੁਤ ਸੋਹਣੀ ਵੋਟੀ ਲੈ ਕੇ ਆਇਆ ਤੂੰ ਤਾਂ। ਬਾਜਵਾ ਦੀ ਕੋਠੀ ਵਿੱਚ ਇਸ ਤੋਂ ਚੰਗੀ ਵੱਡੀ ਨੂੰ ਤਾਂ ਆ ਹੀ ਨਹੀਂ ਸਕਦੀ। दीदी साहब नींबू पानी पियो ते दिमाग थोड़ा ठंडा करो। मैनू पता है दीदी साहब अजूनी मैडम ने अज तुहानू बाला ही खपा दिता। तुसी तां बस ओहदा एक पैर नहीं घर च वड़न दिता, पर वो तां बाली तेज निकली कि उन्हें घर दे अंदर बिना पैर पाए भी सारे घर वालियां नू अपने मगर ही ला लिया। वो तो वड्डे सरदार जी तुहाडे सामने ही कह दिता, आखे जदों तक ये दोनों घर नहीं आ जाते मैं हार नहीं मानता। हद है। जे पापा जी ने हार नहीं मननी तो मैं भी केड़ा हार मान के बैठी हूँ। उस मास्टरनी नूं तां मैं पापा जी दे घर चों बाड़न तो पहला ही उहदे पेके घर वाड़न दा इंतजाम कर दियांगी। वो भी इन्ना पक्का इंतजाम कि वो वापस भी आना चाहे ना तां वो छोटा उन्होंने इत्थे वापस ही नहीं लेके आऊगा। वो मास्टरनी हुण इस छोटे दी जिंदगी तो भी पक्की तरह जाओगी ते बाजवा दे घर चों भी। लो उधरों ही है फोन। हेलो सत श्री अकाल आंटी जी, किद्दां हो तुसी? ਅਸੀਂ ਤਾਂ ਠੀਕ ਆ ਬੇਟਾ ਜੀ, ਤੁਸੀਂ ਦੱਸੋ ਸਭ ਠੀਕ ਹੈ ਨਾ? ਸਾਡਾ ਕਿਹੜਾ ਠੀਕ ਹੈ ਆਂਟੀ ਜੀ, ਅਸੀਂ ਨਾ ਅੱਜ ਹੀ ਜ਼ੋਰੇ ਵੀਰੇ ਤੇ ਜਠਾਣੀ ਜੀ ਨੂੰ ਮਿਲ ਕੇ ਆਏ ਹਾਂ। ਮੇਥੋਂ ਤਾਂ ਜਠਾਣੀ ਜੀ ਦਾ ਇਹ ਹਾਲ ਵੇਖ ਹੀ ਨਹੀਂ ਹੁੰਦਾ। ਮੇਰਾ ਤਾਂ ਦਿਲ ਹੀ ਬੈਠਾ ਜਾ ਰਿਹਾ ਆਂਟੀ ਜੀ। ਕੀ ਹੋ ਗਿਆ ਬੇਟਾ, ਕੀ ਹੋਇਆ ਜੂਨੀ ਨੂੰ? ਹਾਏ ਆਂਟੀ ਜੀ, ਤੁਹਾਡੀ ਸ਼ਹਿਰਾਂ 'ਚ ਪੱਲੀ ਧੀ ਤੇ ਇੱਥੇ ਉਹਨੂੰ ਇੰਨਾ ਕੰਮ ਕਰਨਾ ਪੈ ਰਿਹਾ। ਤੁਹਾਨੂੰ ਪਤਾ ਹੈ ਅੱਜ ਕਿੰਨੇ ਸਾਰੇ ਲੋਕੀ ਆਏ ਸੀ ਤੇ ਉਹਨੇ ਸਾਰਿਆਂ ਦੇ ਲਈ ਪ੍ਰਸ਼ਾਦ ਬਣਾਇਆ, ਉਹ ਵੀ ਚੁੱਲ੍ਹੇ ਤੇ। ਨਾਲੇ ਨਾ ਤਾਂ ਉੱਥੇ ਕੋਈ ਬਹਿਣ ਦੀ ਜਗ੍ਹਾ, ਨਾ ਕੂਲਰ, ਨਾ ਏਸੀ। ਪਤਾ ਨਹੀਂ ਜ਼ੋਰੇ ਵੀਰੇ ਦੇ ਦਿਲ 'ਚ ਕੀ ਆਇਆ। ਮੈਨੂੰ ਤਾਂ ਵੇਖ ਹੀ ਨਹੀਂ ਹੁੰਦਾ ਜਠਾਣੀ ਜੀ ਦਾ ਇਹ ਹਾਲ। ਤੇ ਆਂਟੀ ਜੀ ਤੁਸੀਂ ਵੀ ਬਹੁਤ ਔਖੇ ਹੋਗੇ ਨਾ ਇਹ ਸਾਰਾ ਕੁਝ ਵੇਖ ਕੇ। ਔਖੇ ਤਾਂ ਅਸੀਂ ਵੀ ਬੜੇ ਆ ਬੇਟਾ ਜੀ, ਪਰ ਹੁਣ ਕਰ ਵੀ ਕੀ ਸਕਦੇ ਆ। ਵੈਸੇ ਆਂਟੀ ਜੀ ਤੁਸੀਂ ਇੱਕ ਚੀਜ਼ ਕਰ ਸਕਦੇ ਹੋ, ਜੇ ਤੁਹਾਨੂੰ ਮੇਰੀ ਗੱਲ ਸਹੀ ਲੱਗੇ ਤਾਂ। ਉਹ ਥੋੜੇ ਇੱਕ ਦਿਨ ਦੀ ਤਾਂ ਗੱਲ ਹੈ ਤੇ ਜਠਾਣੀ ਜੀ ਨੂੰ ਨਾ ਤੁਸੀਂ ਥੋੜਾ ਜਿਹਾ ਆਰਾਮ ਦਿਲਾ ਸਕਦੇ ਹੋ। ਉਹਨਾਂ ਨੂੰ ਆਪਣੇ ਘਰ ਲੈ ਕੇ ਚਲੇ ਜਾਓ। ਗੱਲ ਤਾਂ ਅਸੀਂ ਵੀ ਇਹੀ ਕਰਦੇ ਪਏ ਸੀ, ਪਰ ਜੁਨੀ ਮੰਨੇ ਤਾਂ ਹੀ ਹੈ ਨਾ। ਉਹਦਾ ਆਂਟੀ ਜੀ ਅਜੇ ਪੱਗ ਫੇਰਿਆਂ ਦੀ ਰਸਮ ਤਾਂ ਬਾਕੀ ਹੈ ਨਾ, ਤਾਂ ਤੁਸੀਂ ਇੱਕ ਕੰਮ ਕਰੋ, ਉਹਨਾਂ ਨੂੰ ਪੱਗ ਫੇਰਿਆਂ ਲਈ ਬੁਲਾ ਲਓ। ਮੈਨੂੰ ਪਤਾ ਹੈ ਜ਼ੋਰੇ ਵੀਰੇ ਵੀ ਨਾ ਉਹਦੇ ਲਈ ਕਦੇ ਮਨਾ ਨਹੀਂ ਕਰਨਗੇ। ਤੇ ਜਦੋਂ ਦੋਵੇਂ ਆ ਜਾਣਗੇ ਤਾਂ ਤੁਸੀਂ ਨਾ ਜਠਾਣੀ ਜੀ ਨੂੰ ਪਿਆਰ ਨਾਲ ਸਮਝਾ ਬੁਝਾ ਕੇ ਆਪਣੇ ਕੋਲ ਰੱਖ ਲਿਓ। ਉਹ ਮੈਨੂੰ ਪਤਾ ਹੈ ਉੱਥੇ ਥੋੜੇ ਇੱਕ ਦਿਨ ਦੀ ਗੱਲ ਹੈ, ਥੋੜੇ ਇੱਕ ਦਿਨ 'ਚ ਨਾ ਜ਼ੋਰੇ ਵੀਰੇ ਨੂੰ ਅਹਿਸਾਸ ਹੋ ਜਾਊਗਾ ਕਿ ਇਹ ਸਾਰਿਆਂ ਦੀ ਭਲਾਈ ਵਾਸਤੇ ਹੈ।
ਫਿਰ ਤਾਂ ਮੰਨ ਹੀ ਜਾਣਾ ਉਹਨਾਂ ਨੇ, ਹੈ ਨਾ? ਗੱਲ ਤਾਂ ਤੁਹਾਡੀ ਸਹੀ ਹੈ ਬੇਟਾ ਜੀ, ਕਰਦੀ ਹਾਂ ਮੈਂ ਉਹਨਾਂ ਨੂੰ ਫੋਨ, ਬੁਲਾਉਂਦੀ ਹਾਂ ਪੱਗ ਫੇਰੇ ਤੇ ਉਹਨਾਂ ਨੂੰ। ਠੀਕ ਹੈ ਆਂਟੀ ਜੀ, ਸਤਿ ਸ਼੍ਰੀ ਅਕਾਲ। ਲੈ ਜੂਨੀ ਮੈਡਮ, ਹੁਣ ਤੂੰ ਪੇਕੇ ਜਾਏਂਗੀ ਤਾਂ ਸਹੀ, ਪਰ ਬਾਜਵਾ ਦੀ ਕੋਠੀ ਵਿੱਚ ਵਾਪਸ ਨਹੀਂ ਆਏਂਗੀ।